ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਮਲਕੀਤ ਸਿੰਘ ਧਾਲੀਵਾਲ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰਨੀ ਚਰਨਜੀਤ ਕੌਰ, ਬਲਜੀਤ ਕੌਰ, ਨਛੱਤਰ ਕੌਰ, ਇੰਦਰਜੀਤ ਕੌਰ, ਸਰਦਾਰ ਗੁਰਜੰਟ ਸਿੰਘ, ਸਰਦਾਰ ਜਗਸ਼ੀਰ ਸਿੰਘ, ਸਰਦਾਰ ਨਛੱਤਰ ਸਿੰਘ, ਸਰਦਾਰ ਕਮਲਜੀਤ ਸਿੰਘ, ਸਰਦਾਰ ਸਤਵੰਤ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਮੀਨੀਆਂ ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਮਲਕੀਤ ਸਿੰਘ ਧਾਲੀਵਾਲ ਜੀ ਦਾ ਜਨਮ ਸਨ 1938 ਵਿੱਚ ਪਿੰਡ ਮੀਨੀਆਂ ਵਿਖੇ ਮਾਤਾ ਸ਼ਾਮ ਕੌਰ ਹੋਣਾ ਦੀ ਕੁੱਖੋਂ ਪਿਤਾ ਸਰਦਾਰ ਪਾਲਾ ਸਿੰਘ ਮੁਰੱਬਿਆਵਾਲਾ ਦੇ ਘਰ ਹੋਇਆ। ਸਰਦਾਰ ਮਲਕੀਤ ਸਿੰਘ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਮਿਹਨਤੀ ਇਨਸਾਨ ਸਨ। ਆਪ ਜੀ ਦੇ 2 ਭਰਾ ਅਤੇ 3 ਭੈਣਾਂ ਸਨ। ਆਪ ਜੀ ਨੇ 8ਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਤਖਤੂਪੁਰਾ ਤੋਂ ਪ੍ਰਾਪਤ ਕੀਤੀ। ਉਪਰੰਤ ਆਪ ਜੀ ਆਪਣੇ ਪਿਤਾ ਪੁਰਖੀ ਕਿੱਤੇ ਖੇਤੀਬਾੜੀ ਵਿੱਚ ਲੱਗ ਗਏ। ਸਨ 1954 ਵਿੱਚ ਆਪ ਜੀ ਦਾ ਵਿਆਹ ਸਰਦਾਰਨੀ ਅਜਾਇਬ ਕੌਰ ਹੋਣਾ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ 4 ਬੇਟੀਆਂ ਚਰਨਜੀਤ ਕੌਰ, ਬਲਜੀਤ ਕੌਰ, ਨਛੱਤਰ ਕੌਰ ਅਤੇ ਇੰਦਰਜੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੀਆਂ ਬੇਟੀਆਂ ਆਪੋ ਆਪਣੇ ਘਰਾਂ ਵਿੱਚ ਸੁਖੀ ਵਿਆਹੁਤਾ ਜੀਵਨ ਬਤੀਤ ਕਰ ਰਹੀਆਂ ਹਨ। ਆਪ ਜੀ ਦੀਆਂ 3 ਬੇਟੀਆਂ ਵਿਦੇਸ਼ ਦੀ ਧਰਤੀ ਤੇ ਸੈਟਲ ਹਨ ਅਤੇ ਉੱਥੇ ਹੀ ਆਪਣੇ ਪਿਤਾ ਜੀ ਦੇ ਨਾਮ ਨੂੰ 4 ਚੰਨ ਲਗਾ ਰਹੀਆਂ ਹਨ ਅਤੇ ਆਪ ਜੀ ਦੀ ਬੇਟੀ ਨਛੱਤਰ ਕੌਰ ਨੇ ਇੱਥੇ ਹੀ ਰਹਿ ਕੇ ਆਪਣੇ ਪਿਤਾ ਸਰਦਾਰ ਮਲਕੀਤ ਸਿੰਘ ਹੋਣਾ ਦੀ ਸੇਵਾ ਕੀਤੀ। ਸਰਦਾਰ ਮਲਕੀਤ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਸਮਾਜ ਵਿੱਚ ਵਿਚਰਨ ਵਾਲੇ ਇਨਸਾਨ ਸਨ ਅਤੇ ਅਕਾਲੀ ਦਲ ਦੇ ਪਹਿਲੇ ਮੋਰਚੇ ਵਿੱਚ ਆਪ ਜੀ ਨੇ ਜੇਲ੍ਹ ਵੀ ਕੱਟੀ। ਸਰਦਾਰ ਮਲਕੀਤ ਸਿੰਘ ਜੀ ਕਈ ਦੇਸ਼ਾਂ ਦੀ ਸੈਰ ਕਰ ਚੁੱਕੇ ਸਨ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਮੌਜੂਦਾ ਸਮੇਂ ਵਿੱਚ ਆਪ ਜੀ ਦੇ ਸੰਸਕਾਰਾਂ ਤੇ ਆਪ ਜੀ ਦਾ ਸਮੁੱਚਾ ਪਰਿਵਾਰ ਚੱਲ ਰਿਹਾ ਹੈ। ਆਪ ਜੀ ਦਾ ਸਮੁੱਚਾ ਪਰਿਵਾਰ ਬਹੁਤ ਹੀ ਮਿਹਨਤੀ ਪਰਿਵਾਰ ਹੈ, ਪੜ੍ਹਿਆ ਲਿਖਿਆ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। जो ये इबादत करते, बंदगी करते, सेवन करते, परोपकार करते, दूसरे बंदे करते, थोड़ा सा ऐसी दुनिया का नाम है जब वक्त है जब गुरुमत जो दूसरे करता केवल करते गुरुमत नाम है जाए जैसा वो जब तक बंदर मुक्त होते मुक्त चले जाते जितने परिवार की बात का घोषणा करती है पहले परिवार का सीमत नहीं देते दुबाई का पता करके जाते जाना सब नहीं है पर मौका ले भी चले जाए तो मौका ले भी चले जाना पर जान चाहने में भी गुरुमुख प्यारी अंतर है फर्क है गुरुमुख आवे जाए है कि दुनिया का तनाव है जब मैं बात कर रहा था सदा नहीं जहान से मरे जो पता कर रहे
दुनिया ते रहणगियां उसकी तो लोड़ है जिसकी कंधा भी कहणगियां सपना में सदा उन्हां दियां बातां ही कहणगियां भलियां खुशहालियां जाता सदा नहीं हाथ ते रहेंगे रस्ता पकड़े जिन्ना कुर्बानी आंदा लोग भले भी सारा की गाल की हिसाब कीता ना दाल ते ना जिन सच के काम दा ना पढ़िया नहीं करते प्यार के नजर नहीं आंदा इस जगत के बाबिया नाम होए तो भगत जन्म ते सूरी के जाती है ते जेड़े जीव इबादत नहीं करते सिमरन नहीं करते किसी का भला नहीं करते उन्होंने इबादत को महाराज महाराज जी ने फैसला कर दिया पहले की बख्शिश करते महाराज ध्यान देना जिन्हीं संगत से आए गए कछुआ है जिन्हीं सतगुरु से आए गए कछुआ है जिन्हीं सतगुरु से जड़ियां मुंह इबादत नहीं कर रही उन्होंने पल्ले सिर्फ भगवान के कुछ कमाई है जाता है गुरु महाराज नारायण जी का स्मरण करती है जितनी संपूर्ण से आए गए पशुता और बाबा प्रीत जी का फैसला सुन लो जरा सुधी फकीर बाबा प्रीत जी श्री गुरु ग्रंथ साहब महाराज जी ने कुछ जगह मिली बाबा प्रीत जी की कहते अजय जी दीवानी बाबत जो कि सृष्टि से पैदा होने से करते हैं जिन्हीं सतगुरु से भारी का देना मुख डरावने जिन्हीं सतगुरु से भारी का देना मुख डरावने जिन्हों में सारे ਜਿਹੜੇ ਲੋਕ ਉੱਥੇ ਅੰਤਮ ਸੰਸਕਾਰ ਕਰਨ ਜਾਂਦੇ ਆ
ਤੇ ਕਬੀਰ ਸਾਹਿਬ ਦੇ ਮਾਤਾ ਜੀ ਹੱਸਦੇ ਕਹਿੰਦੇ ਬੇਟਾ ਘਰ ਦੇ ਵਿੱਚ ਨਾਮ ਦੇ ਜਿੱਦਾਂ ਨਾਮ ਦਾ ਰਤਨ ਨਹੀਂ ਹੈ, ਕਿਹੜੇ ਰਤਨਾਂ ਦੀ ਗੱਲ ਕਰਦਾ ਹੈ ਤੂੰ, ਕਿਹੜੇ ਰਤਨਾਂ ਦੀ ਮੰਗ ਮੰਗ ਰਿਹਾ ਹੈ? ਸ਼ਾਇਦ ਤੂੰ ਮੇਰੇ ਵਿੱਚੋਂ ਨੂੰ ਦਿਖਾ ਦੇ ਕਿਹੜੀ ਰਤਨਾਂ ਦੀ ਆਪ ਹੈ ਉੱਥੇ, ਕਿਹੜੇ ਹੀਰੇ ਜਵਾਹਰ ਪਏ ਸੀਗੇ ਦੇ ਵਿੱਚੋਂ ਤੇ ਤਮੁੱਦੇ ਰੋਕ ਫਿਰਨ ਦੀਆਂ ਆਵਾਜ਼ਾਂ ਆਉਂਦੀਆਂ ਦੁਨੀਆ ਦਾ ਵਿਚਾਰ ਕਰਕੇ ਲੋਕੀ ਘਰਾਂ ਤੋਂ ਵਾਪਸ ਪਰਤੇ ਆਉਂਦੇ और जो कबीर साहब की अवस्था है ये हीरे दीवाना लालना रत्ना मोतियां की गल कर रहे हैं कबीर साहब, और उस अवस्था कबीर साहब की गल को हम जो हसन समझने नहीं फिरता भी कबीर साहब पैदा होना चाहिए, तदे ही इस रमज को समझा जा सकता है। एक दिन नहीं होया पहले कबीर साहब फिर शमशान भूमि चले गए, जाके बैठ गए सिवियां दे विच मुर्दे जड़ी जाते हैं, कबीर साहब ने माता जी के पीछे चले गए। सब ध्यान उस हाल वाहे मुर्दे चरणों के विच गाजर है, अल्लाह अल्लाह वाहे सतनाम दी आवाज़ां आउंदियां पईयां कबीर साहब दे मुख दे विच हमेशा बनदा है। सुनते नाल जुड़े हुए कबीर साहब इबादत करी जाते, सिमरन करी जाते। कबीर साहब से माता जी ने जाके कहा कबीर बेटा तू तो कहता कि मैं तेरा रतन इकट्ठे करना आना है, इतने का मुद्दे जड़ी जाते हो ते तू आकी कर रही है केड़ी खां है तेरा रतना दी तू रतन लेके जाना है, मोती लेके जाना बेटा। कबीर साहब कहते मां मेरे हृदय की खां दे विच अल्लाह नामी सतनाम वाहिगुरु के नाम से जो मोती रतन बाहर फिर रहे हैं तो दिखाई नहीं देते और ध्यान देना चाहिए गल सुनने वाली है मां मेरे हृदय के नाम से जो परवरदिगार की कबलवानी का सदका अल्लाह का नाम वाहिगुरु सतनाम सिमरन तो ये रतन बाहर आ रहे हैं हृदय की नाम से जिसमें तो दिखाई नहीं देते। और कबीर साहब के माता जी कहते बेटा तेरा मुद्दे चली जाते हैं, ये तू सिमरन नहीं करना है, अल्लाह का नाम जपना है, वाहिगुरु वाहिगुरु रटना है, तू घरे बैठे रट लिया कर, उससे सिमरन कर लिया कर, सिमरन के पीछे होगा नहीं मतलब है। कबीर साहब कहते मां करते भगवान का वो याद होता है, प्रेम याद होता है, दुनिया की वस्तुओं के नाल वो होता है, इसलिए हमें प्रेम की बहुत ज्यादा हुई है। जिस देखते बोलते जाते देखता ना मैं फिर मेरे याद आता है कि एक दिन कबीर का भी नशा यही हो रहा है, कहते कबीर सरो मानो मेरे एक भगवान होए होते तेरा की अभी हाल हो रहा है जब मैं सिले में जब मैं के सपना वाली का जाप करते अल्लाह जाप करते जब कोई हृदय में देखता है ना मैं अपना अंत दिखाई देता है कि मैं उस व्यक्त परिपूर्ण परमात्मा आत्मा को वाहिगुरु के नाम भूल जाता है। करे इबादत करने का वो याद होता है, प्रेम याद होता है, परिवार याद होता है, ज्ञान की वस्तु
मेरा मानने देखो प्यार को कोई लेगा और कुछ कुर्बानी के प्रमाण एक सज्जन चले एक चल गए प्रेम भी भूल गया है एक सज्जन चले एक चल गए प्रेम भी भूल गया सज्जन चले एक चल गए प्रेम भी भूल गया एक सज्जन चले एक चल गए
ਜਹਾਰੀ ਹੁੰਦਾ ਕੋਈ ਆਰਤੀ ਦੇ ਕੋਈ ਲੋਕ ਦੇਖਣ ਚ ਬਹੁਤ ਆਉਂਦੇ ਜਿਵੇਂ ਤੇ ਰੁਕਣੀ ਤੇ ਆਦੀ ਹੁੰਦਾ ਕੋਈ ਤਾਵਾ ਤਾਵਾ ਹੁੰਦਾ ਕੋਈ ਲਾਲਾ ਦੀ ਹੱਥਵਾਲ ਬਾਕੀ ਹੈ ਨਾਮ ਦਾ ਵਪਾਰੀ ਹੁੰਦਾ ਕੰਗੜੀ ਅੱਡੂ ਕੇ ਬਣਾਉਂਦੇ ਮੈਂ ਹਦਾ ਦਾ ਦੇਖੇ ਲੱਗਦੇ ਨੌ ਹਵਾ ਹੁੰਦਾ ਜਦ ਕੋਈ ਮੇਰੇ ਵਿਸ਼ੋਰ ਦੇ ਹਵਾਲਾ ਹੀ ਲੋਕ ਸੱਚੇ ਪਰ ਵਿਛੜੇ ਬਣਾਉਣ ਵਾਲਾ ਹੁੰਦਾ ਜਦ ਕੋਈ ਹੱਥਦੇ ਹੱਥਦੇ ਪਤਾ ਕੀ ਕਰਾਂਗੇ ਹੁੰਦੇ ਰੋਣੇ ਨੂੰ ਹਟਾਉਣ ਵਾਲਾ ਹੁੰਦਾ ਜਦ ਕੋਈ ਜਿਆਦਾ ਬਾਤਾਂ ਨਾਲ ਤੇ ਰੱਬ ਬੜਾ ਮਾਨ ਕਰਦੇ ਪਰ ਉਹਨਾਂ ਨੂੰ ਉਡਾਉਣ ਵਾਲਾ ਹੁੰਦਾ ਉਹ ਤਾਂ ਬਿੰਦੇ ਨੇ ਉਹ ਜਿਹੜਾ ਨਾਮ ਕਲੀ ਕਾਇਆ ਇਹਦੇ ਇਹਦਾ ਨਾਮ ਕਲੀ ਕਾਇਆ
क्यों होता है साथ साथ कोई भी रस्म बनी है तो प्रभु का सब किया जा सकता है मुझे माही खुशियों में मेरा होते मेरा होते मुझे माही खुशियों में मेरा होते देखो सज्जन आशीष बढ़िया जिंदगी में कुछ का प्रभाव देना कुछ संजय करना तो सारी प्रोग्राम सरदार प्रधान संगीत दिवस से सरदार तस्वीर संगीत प्रणाली सरदार चक्र संगीत बना वाले सरदार कमली संगीत लिखा वाले सरदार समाज की सत्ता समूह परिवार किया जाता है जो आप कृष्ण ने के समय में विचार के प्रभाव के नाम बताया है सेवा करना सेवा करना और उसके बाद सभी वाणी बड़े बड़े
ਜੀ ਜਹਾਨ ਪ੍ਰਾਣ ਧਨ ਤਿਆਗ, ਨਾਨਕ ਜਾਨ ਸਦਾ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਇੱਕ ਡੇਢ ਮਿੰਟ ਬਾਈ ਜੀ ਬਾਰੇ ਜੋ ਮੇਰੇ ਦਿਲ ਦੀਆਂ ਭਾਵਨਾਵਾਂ ਹੈ, ਕਿਉਂਕਿ ਉਹ ਸਾਡੇ ਬਹੁਤ ਹੀ ਘਰ ਦੇ ਨੇੜਿਓਂ ਸੀ। ਸਾਡਾ ਬਚਪਨ ਉਹਨਾਂ ਦੀ ਗੋਦ ਵਿੱਚ ਗੁਜ਼ਰਿਆ। ਉਹਦੇ ਦੋ ਕਾਰਨ ਸੀ, ਇੱਕ ਘਰ ਦੇ ਗੁਆਂਢੀ ਹੋਣਾ ਤੇ ਦੂਜਾ ਉਹ ਜਿੱਥੇ ਮੇਰੇ ਰਿਸ਼ਤੇ ਚੋਂ ਭਰਾ ਲੱਗਦੇ ਸੀ ਉੱਥੇ ਮੇਰੇ ਪਿਤਾ ਦੇ ਹਮਜਮਾਤੀ ਸਨ। ਬਾਈ ਮਲਕੀਤ ਸਿੰਘ ਦਾ ਜਿੱਥੇ ਜ਼ਿਕਰ ਕਰਨਾ, ਉੱਥੇ ਸਾਡੀ ਮਾਂ ਸਮਾਨ ਭਰਜਾਈ ਅਜੈਬ ਕੌਰ ਉਹਨਾਂ ਦੇ ਜੀਵਨ ਨੂੰ ਇੱਕ ਵਿਸ਼ੇਸ਼ ਵਡਿਆਈ ਦੇਣੀ ਬਣਦੀ ਆ ਕਿ ਉਹਨਾਂ ਦੋਨਾਂ ਜੀਆਂ ਨੇ ਗੁਰਸਿੱਖੀ ਅਨੁਸਾਰ ਆਪਣੇ ਮਗਰਲੇ ਸਮੇਂ ਵਿੱਚ ਅੰਮ੍ਰਿਤ ਛਕ ਕੇ ਜਿੱਥੇ ਆਪਣੇ ਪਰਿਵਾਰ ਦੇ ਫਰਜ਼ ਅਦਾ ਕੀਤੇ, ਉੱਥੇ ਆਪਣਾ ਸੰਸਾਰ ਤੋਂ ਜਾਣਾ ਗੁਰੂ ਦੇ ਲੜ ਲੱਗ ਕੇ ਸਫ਼ਰ ਕੀਤਾ। ਬਾਈ ਮਲਕੀਤ ਸਿੰਘ ਜੀ ਨੇ ਜਿੰਨਾ ਕਿ ਮੈਂ ਆਪਣੇ ਬਚਪਨ ਤੋਂ ਉਹਨਾਂ ਦਾ ਜੀਵਨ ਦੇਖਿਆ, ਬੜਾ ਹੀ ਸਾਦਾ ਜੀਵਨ, ਸਹਿਜ ਸੁਭਾਅ, ਹਸਮੁਖ ਬੋਲ ਚੱਲਣੀ, ਇਹ ਉਹਨਾਂ ਦੇ ਜੀਵਨ ਦੇ ਅੰਗ ਸਨ। ਅਸੀਂ ਉਹਨਾਂ ਦੋਨਾਂ ਜੀਆਂ ਨੂੰ ਬਚਪਨ ਵਿੱਚ ਵੀ ਕਦੇ ਇੱਕ ਦੂਜੇ ਨਾਲ ਨਾਰਾਜ਼ਗੀ ਨਹੀਂ ਸੀ ਦੇਖੀ। ਭਾਵੇਂ ਗ੍ਰਸਤ ਜੀਵਨ ਵਿੱਚ ਛੋਟੀਆਂ ਮੋਟੀਆਂ ਗੱਲਾਂ ਹਰ ਇੱਕ ਪਰਿਵਾਰ 'ਚ ਹੁੰਦੀਆਂ, ਪਰ ਕਦੇ ਵੀ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤਾਂ 'ਚ ਨਹੀਂ ਦੇਖਿਆ ਵੀ ਇੱਕ ਦੂਜੇ ਨਾਲ ਕਦੇ ਬੋਲਚਾਲ ਬੰਦ ਹੋਈ ਹੋਵੇ ਜਾਂ ਉਹ ਕੋਈ ਬਹੁਤੇ ਕਿਸੇ ਨੂੰ ਗਿਣੇ ਸ਼ਿਕਵੇ ਹੋਣ। ਬੜਾ ਉਹਨਾਂ ਨੇ ਸਾਦਾ ਜੀਵਨ ਇੱਕ ਦੂਜੇ ਨੂੰ ਸਮਰਪਿਤ ਗੁਜ਼ਾਰਿਆ ਅਤੇ ਆਪਣੀਆਂ ਚਾਰੇ ਬੱਚਿਆਂ ਨੂੰ ਸਮੇਂ ਅਨੁਸਾਰ ਵਿਦਿਅਕ ਯੋਗਤਾ ਦਵਾਈ ਅਤੇ ਅੱਜ ਉਹਨਾਂ ਦੀ ਮਿਹਨਤ ਦਾ ਸਦਕਾ ਵੀ ਉਹਨਾਂ ਦੀਆਂ 3 ਬੇਟੀਆਂ ਵਿਦੇਸ਼ਾਂ ਵਿੱਚ ਨੇ। ਵੱਡੇ ਬੱਚੇ USA ਵਿੱਚ, 2 ਬੱਚੀਆਂ ਮਨੀਲਾ ਵਿੱਚ ਨੇ ਅਤੇ ਇੱਕ ਭੈਣ ਸਾਡੀ ਇੱਥੇ ਆ, ਜਿੱਥੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਤੇ ਆਪਣਾ ਚੰਗਾ ਜੀਵਨ ਗੁਜ਼ਾਰਿਆ। ਉਹਦਾ ਇੱਕ ਫਲ ਜੋ ਮੇਰੀ ਸੋਚ ਅਨੁਸਾਰ ਉਹਨਾਂ ਨੂੰ ਮਿਲਿਆ, ਉਹ ਇਹ ਆ ਕਿ ਅੱਜ ਵੀ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਦੀ ਧੀ ਸੌਖੀ ਆ ਤਾਂ ਉਹਦੀਆਂ ਸਮਝੋ ਸਾਰੀਆਂ ਗੱਲਾਂ ਸੌਖੀਆਂ। ਉਹਨਾਂ ਦੀਆਂ 4 ਬੇਟੀਆਂ ਅਜਿਹੇ ਪਰਿਵਾਰਾਂ 'ਚ ਗਈਆਂ, ਅੱਗੇ ਉਹਨਾਂ ਨੂੰ ਇਹ ਜਿਹੇ ਸਾਡੇ ਸਤਿਕਾਰਯੋਗ ਵੀਰ ਜੀ ਬਾਹਰ ਮਿਲੇ ਕਿ ਕਿਸੇ ਵੀ ਪਾਸਿਓਂ ਕੋਈ ਵੀ ਤਕਲੀਫ ਵਾਲੀ ਗੱਲ ਬਾਈ ਜੀ ਦੇ ਜੀਵਨ ਵਿੱਚ ਨਹੀਂ ਆਈ ਬੱਚਿਆਂ ਵੱਲੋਂ। ਇਹੀ ਉਹਨਾਂ ਦੇ ਚੰਗੇ ਜੀਵਨ ਜਿਉਣ ਦਾ ਪਰਮਾਤਮਾ ਵੱਲੋਂ ਦਿੱਤਾ ਗਿਆ ਫਲ ਸੀ। ਬਾਈ ਜੀ ਆਪਣੇ ਅਖੀਰਲੇ ਸਾਲਾਂ ਵਿੱਚ ਸਾਡੇ ਭਾਬੀ ਜੀ ਦੇ ਜਾਣ ਤੋਂ ਬਾਅਦ ਕਾਫੀ ਸਮਾਂ ਉਹਨਾਂ ਨੇ ਵੀਰ ਸਤਵੰਤ ਸਿੰਘ ਕੋਲ ਗੁਜ਼ਾਰਿਆ। ਸਤਵੰਤ ਸਿੰਘ ਸੱਤੇ ਨੇ ਵੀ ਆਪਣੇ ਤਾਇਆ ਜੀ ਨਾਲ ਸਾਂਝੇ ਹੋਏ ਆਪਣੇ ਬਾਪ ਵਾਲੇ ਫਰਜ਼ ਅਦਾ ਕੀਤੇ, ਉਹਨਾਂ ਦੀ ਬੇਮਿਸਾਲ ਸੇਵਾ ਕੀਤੀ। ਉਸ ਤੋਂ ਬਾਅਦ ਉਹ ਸਾਡੀ ਭੈਣ ਜੋ ਗੁੱਜੋ ਆ, ਉਹਦੇ ਕੋਲ ਕਾਫੀ ਸਮਾਂ ਰਹੇ ਕਿਉਂਕਿ ਸਰੀਰਕ ਅਵਸਥਾ ਜ਼ਿਆਦਾ ਬੁਢਾਪੇ ਦੀ ਹੋ ਗਈ ਸੀ ਤੇ ਮੈਂ ਆਪਣੇ ਦਿਲੋਂ ਸਰਦਾਰ ਨਛੱਤਰ ਸਿੰਘ ਜੀ ਜੋ ਸਾਡੇ ਗੁੱਜੋ ਵਾਲੇ ਦਿਮਾਗ ਨੇ ਤੇ ਦੂਸਰੇ ਛੋਟੇ
ਵੀਰ ਕਮਲਜੀਤ ਸਿੰਘ ਜੀ ਜੋ ਜਗੀਆਣੇ ਤੋਂ ਨੇ, ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇੱਕ ਸੁਪੁੱਤਰ ਹੋਣ ਦੇ ਨਾਤੇ ਅਖੀਰਲੇ ਟਾਈਮ ਵਿੱਚ ਬਾਈ ਜੀ ਦੀ ਜੋ ਸੇਵਾ ਕੀਤੀ ਉਹ ਸ਼ਾਇਦ ਦੁਨਿਆਵੀ ਪੁੱਤਰਾਂ ਦੇ ਹਿੱਸੇ ਵੀ ਨਹੀਂ ਆਉਂਦੀ। ਇਸ ਗੱਲ ਲਈ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇਹਨਾਂ ਦੋਨਾਂ ਵੀਰਾਂ ਦੇ, ਉਹਨਾਂ ਨੇ ਆਪਣੇ ਫਰਜ਼ ਬਖੂਬੀ ਨਿਭਾਏ। ਨਾਲ ਸਾਡੀਆਂ ਭੈਣਾਂ ਨੇ ਸਹਿਯੋਗ ਦਿੱਤਾ। ਸੋ ਬਹੁਤ ਵਿਸਥਾਰ ਵਿੱਚ ਮੈਂ ਨਾ ਜਾਵਾਂ, ਬਹੁਤ ਜ਼ਿਆਦਾ ਮੈਂ ਬਾਈ ਜੀ ਬਾਰੇ ਕੁਝ ਕਹਾਂ ਹੈ, ਮੇਰੇ ਵੱਲੋਂ ਸ਼ੋਭਾ ਨਹੀਂ ਦਿੰਦਾ। ਜਿੰਨਾ ਕਿ ਮੈਂ ਦੇਖਿਆ ਉਹ ਮੈਂ ਆਪਣੇ ਦਿਲੋਂ ਮਹਿਸੂਸ ਕੀਤਾ ਅਤੇ ਤੁਹਾਡੇ ਨਾਲ ਸਾਂਝਾ ਕੀਤਾ। ਸੋ ਹੁਣ ਸਾਡੇ ਮੀਆਂ ਨਗਰ ਤੋਂ ਸਰਦਾਰ ਨਿਰਮਲ ਸਿੰਘ ਜੀ ਜੋ ਮੋਗੇ ਨੈਸਲੇ ਡੇਅਰੀ ਵਿੱਚ ਡਿਊਟੀ ਕਰਦੇ ਨੇ, ਇਹਨਾਂ ਦਾ ਭਾਈ ਮਨਕੀਰ ਸਿੰਘ ਜੀ ਦੇ ਪਰਿਵਾਰ ਨਾਲ ਮੇਰੇ ਨਾਲੋਂ ਵੀ ਦੁੱਗਣਾ ਚੌਗਣਾ ਨੇੜੇ ਦਾ ਰਿਸ਼ਤਾ ਰਿਹਾ, ਇੱਕ ਪਿਤਾ ਵਾਲਾ ਰਿਸ਼ਤਾ ਰਿਹਾ ਇਹਨਾਂ ਦਾ। ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂ ਕਿ ਉਹ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਭਾਈ ਮਨਕੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਇਹ ਦੁਨੀਆ ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਤੇ ਕੋਈ ਆ ਜਾਂਦਾ, ਕੋਈ ਖੁਸ਼ੀਆਂ 'ਚ ਜ਼ਿੰਦਗੀ ਲੰਘਾ ਜਾਂਦਾ, ਕੋਈ ਦੁੱਖਾਂ ਦੇ ਨਾਲ ਵੀ ਟਕਰਾ ਜਾਂਦਾ। ਜੋ ਭਾਣਾ ਗੁਰੂ ਦਾ ਜਿਹਦੇ ਮੰਗਿਆ ਇਹ ਮਿੱਠਾ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਉਹ ਸਮਾ ਜਾਂਦਾ, ਗੁਰੂ ਦੇ ਚਰਨਾਂ ਦੇ ਵਿੱਚ ਉਹ ਸਮਾ ਜਾਂਦਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਤਾਇਆ ਜੀ ਸਰਦਾਰ ਮਲਕੀਤ ਸਿੰਘ ਜੀ ਮਰੱਬਿਆਂ ਵਾਲੇ, ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਦੂਰੋਂ ਨੇੜਿਓਂ ਪਿੰਡ ਦੀ ਸਮੂਹ ਸੰਗਤ ਰਿਸ਼ਤੇਦਾਰ ਜਿੰਨੇ ਵੀ ਆਏ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ, ਸਰਦਾਰ ਮਲਕੀਤ ਸਿੰਘ ਜੀ, ਉਹਨਾਂ ਦੇ ਪਰਿਵਾਰ ਬਾਰੇ ਸਾਨੂੰ ਵਿਸਤਾਰ ਨਾਲ ਦੱਸਿਆ, ਉਸੇ ਤਰ੍ਹਾਂ ਕਿਉਂਕਿ ਸਾਡੇ ਘਰ ਨਜ਼ਦੀਕ ਹੀ ਸਾਰੇ ਸੀਗੇ ਇੱਕ ਦੂਜੇ ਦੇ ਨਾਲ, ਜੋ ਪਿਛਲਾ 25-30 ਸਾਲ ਝਾਤ ਮਾਰੀਏ ਤਾਂ ਉਹ ਲੋਕਾਂ ਦੇ ਵਿੱਚ ਆਪਸ ਵਿੱਚ ਪਿਆਰ ਸਤਿਕਾਰ ਮਾਣ ਇੰਨਾ ਸੀ ਕਿ ਕੋਈ ਹਰ ਇੱਕ ਨੂੰ ਆਪਣਾ ਪਾਣੀ ਸਮਝਦਾ ਸੀ। ਜੋ ਅੱਜ ਦਾ ਆਪਾਂ ਲਾ ਲਈਏ ਮਾਹੌਲ, ਇਹ ਪਿਆਰ ਸਤਿਕਾਰ ਆ ਜਿਹੜਾ ਬਹੁਤ ਘੱਟ ਗਿਆ ਇਹ ਪ੍ਰਤੀ। ਸੋ ਉਦੋਂ ਇੰਨਾ ਸੀ ਕਿ ਕਿਸੇ ਨੂੰ ਕੋਈ ਵੀ ਉਪਰਾ ਪਾਣੀ ਮਹਿਸੂਸ ਹੁੰਦਾ ਸੀ। ਨਿੱਕੇ ਨਿੱਕੇ ਹੁੰਦੇ ਖੇਡਦੇ, ਕਿਸੇ ਦੇ ਘਰੇ ਚਾਹ ਪੀ ਲਈ, ਕਿੱਧਰੋਂ ਰੋਟੀ ਖਾ ਲਈ, ਕਿੱਥੇ ਪੈ ਗਏ ਤੇ ਕਿੱਥੇ ਬਹਿ ਗਏ, ਕੋਈ ਕਿਸੇ ਨੂੰ ਨਹੀਂ ਸੁਣਦਾ ਮੈਂ ਆਪਣੇ ਘਰ ਜਾਂ ਕਿਸੇ ਦੇ ਘਰ ਜੋ ਨੇੜੇ ਤੇੜੇ ਹੁੰਦੇ। ਸੋ ਇੰਨਾ ਕੁ ਉਹਨਾਂ ਦੇ ਨਾਲ ਮੇਰਾ ਪਰਿਵਾਰ ਦੇ ਨਾਲ ਰਿਸ਼ਤਾ ਗੂੜਾ ਹੋ ਗਿਆ ਕਿ ਉਹਨਾਂ ਨੇ ਉਹ ਕੁਝ ਕੀਤਾ ਮੇਰੇ ਲਈ ਜੋ ਇੱਕ ਪਿਤਾ ਜਾਂ ਮਾਤਾ ਆਪਣੇ ਬੱਚਿਆਂ ਲਈ ਕਰ ਸਕਦਾ, ਉਸ ਤੋਂ ਵੱਧ ਨਹੀਂ ਕਰ ਸਕਦਾ ਕਿਸੇ ਦਾ। ਸੋ ਜੇ ਮੈਂ ਅੱਜ ਇੱਥੇ ਖੜਾ ਤੇ ਉਹਨਾਂ ਦੀ ਬਦੌਲਤ, ਉਹਨਾਂ ਨੇ ਜੋ ਮੈਨੂੰ ਇੱਕ ਫਰਜ਼ ਤੋਂ ਅਰਜ਼ ਤੱਕ ਪਹੁੰਚਾਇਆ, ਉਹਦੇ ਵਾਸਤੇ ਜਿਹੜਾ ਸਾਰਾ ਸ਼ੇਅਰ ਸਰਦਾਰ ਮਨਕੀਤ ਸਿੰਘ ਤੇ ਮੇਰੀ ਤਾਈ ਸਤਿਕਾਰਯੋਗ ਜੈਬ ਕੌਰ ਨੂੰ ਜਾਂਦਾ, ਜਿਨ੍ਹਾਂ ਨੇ ਭਜਨ ਸ਼ਕਤੀ ਅਤੇ ਮੇਰੇ ਲਈ ਕੁਝ ਕੀਤਾ। ਸੋ ਮੈਂ ਉਹ ਕਦੇ ਨਹੀਂ ਭੁੱਲ ਸਕਦਾ। ਸੋ ਪਰਿਵਾਰ ਵਾਲੇ ਜਿਸ ਤਰ੍ਹਾਂ, ਕਿਉਂਕਿ ਜਦੋਂ ਬੰਦੇ ਦੀ ਮੌਤ ਹੁੰਦੀ ਹੈ ਕਹਿੰਦੇ ਪਰਮਾਤਮਾ ਇੱਕ ਤਾਂ ਜਨਮ ਹੁੰਦਾ, ਜਦੋਂ ਨਾ ਤਾਂ ਉਹ ਬੰਦੇ ਨੂੰ ਪਤਾ ਹੁੰਦਾ ਕਿ ਕਦੋਂ ਹੋਣਾ ਤੇ ਕਿੱਥੇ ਹੋਣਾ, ਪਰਮਾਤਮਾ ਦੇ ਹੱਥ ਹੈ, ਤੇ ਨਾ ਮੌਤ ਬੰਦੇ ਨੂੰ ਪਤਾ ਕਦੋਂ ਹੋਣਾ ਤੇ ਕਿੱਥੇ ਹੋਣਾ। ਪਿਛਲਾ ਪੀਰੀਅਡ ਜਿਹੜਾ ਅਸੀਂ ਗੁਜ਼ਾਰਦੇ ਹਾਂ ਉਹ ਸਾਡਾ ਕਰਮ ਹੁੰਦਾ ਹੈ, ਜੋ ਅੱਜ ਜਦੋਂ ਇੱਥੇ ਅੰਤਮ ਸਮੇਂ ਉਹ ਕਰਮ ਦਾ ਲੇਖਾ ਜੋਖਾ ਹੁੰਦਾ ਬੰਦੇ ਨੇ, ਜੋ ਪਰਮਾਤਮਾ ਨੇ ਉਹਨੂੰ ਇੱਥੇ ਭੇਜਿਆ ਇੱਕ ਕਰਮ ਕਰਨ ਲਈ, ਤੇ ਉਹਨੇ ਕਰਮ ਕਿਹੋ ਜਿਹੇ ਕੀਤੇ। ਕਿਉਂਕਿ ਜਿਵੇਂ ਚੰਗੇ ਕਰਮ ਕੀਤੇ ਆ ਤਾਂ ਉਹਦੀ ਸ਼ੋਭਾ ਆਪਾਂ ਦੇਖ ਸਕਦੇ ਹਾਂ। ਅੱਜ ਚੰਗੇ ਕਰਮਾਂ ਤੋਂ ਉਹਦੇ ਜੀਵਨ ਦਾ ਪਤਾ ਲੱਗਦਾ, ਜਿਵੇਂ ਚੰਗੇ ਕਰਮ ਕੀਤੇ ਉਹਨੇ ਆਪਣਾ ਜੀਵਨ ਕਿੰਨਾ ਖੁਸ਼ੀ ਦੇ ਨਾਲ ਬਤੀਤ ਕੀਤਾ ਤੇ ਕਿੰਨੇ ਦੁੱਖਾਂ ਦੇ ਨਾਲ ਗੁਜ਼ਾਰਿਆ। ਕਿਉਂਕਿ ਇਸ ਗੱਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ
गल हुई कि ताया जी दे 4 बेटियां सन, तो कई बार मन के सानू मलाल अज भी हुंदा भी मेरे बेटा नहीं बेटियां, ये मन के किसी किसी दे हुंदा माता पिता दे उहदे मन के अंत तक रहिंदा। पर क्यों रहिंदा? वो ये रहिंदा भी जदों मैं बुढ़ापे का सहारा कौन बनूंगा। साडे मन च हुंदा भी जब वक्त होया तो मैनूं बुढ़ापे दे विच साਂਭੂਗਾ, जदों मैनूं लोड़ हुई मेरी सेवा करूगा। सिर्फ इक्को आस हुंदी जा बच्चे माता पिता नूं। पर मैं धन्नवाद करदा सारे साडे परिवारां दा, वीरां दा, जिथे जिथे बेटियां गईयां उन्हां ने, चाहे कुक्कड़ वाला वीर साडा कुक्कड़ वाला परिवार भाई गुरजंट सिंह जी जो विदेश दे विच है, चाहे साडे जसवीर सिंह जी भाई सीरा मंडवाणी वाले, भाई नसत्तर सिंह जी साडे जिन्हां कोल अंतम समा गुजारिया ताया जी ने, ਅਤੇ भाई कमलजीत सिंह जी जंगियाना वाले, इन्हां सारिਆਂ ने पता नहीं उन्होंने की कर्म कीते सी नहीं, इक्को जो चारों जवाई मिले तो उन्होंने वो जी भुख सी वो भी भुल गई। मैनू एक बार विदेश तो आने तो बाद गल हुई, दोने जाने बैठे सी तो जो उत्थे गया तो वो कहने भी असीं इन्ने खुश हैं, इन्ना साडा मान सत्कार, क्योंकि अज विदेशों के बहुत बच्चे जा रहे हैं, माता पिता भी जा रहे हैं। वो टाइम अज तो 15-20 साल पहला मार के विरला जाता सी कि उन्होंने लगता एक बंदा बाहरों आया, मतलब उन्होंने बहुत ही सत्कार देखते भी चंगा हो फैमिली जी बाहरों आया। मैं कह भी जो उन्होंने देश की सैर करवाई, बाहर घूम के आए, रह के आए, तो उन्होंने ये चीज़ की कि अज सानू मलाल नहीं है कि साढ़े कोई पुत सी, मेरे 4 पुत है, तो मैनू 4 नालों एक दूजे के वध मान है। सारिਆਂ ने ही मैनू हत्थों से चुक्या, तो वो असीं देखिया भी है। जिस तरह हम अंतिम टाइम अपने बच्चों भाई नसत्तर सिंह जी को गुजारिया, उन्होंने अपने फर्ज निभाए, वो पुत वाला फर्ज भी निभाया सारा, तो भैन ने साडी ने नसत्तर कौर ने जो अंतिम टाइम जो बंदे का सुख के लंघ जे, जो साल है चाहे 6 महीने जो मंजे से पिया हो, पिछले दुख आ जो भुल जाते हैं, महसूस नहीं होते। सो ये चंगे कर्म की निशानी है, क्योंकि उन्होंने कई दिलों को जोड़े, कईयों के घर वसाए, कईयों रोटी पाया। ये चंगे काम उन्होंने किए। जे कहते किसी को रोटी पाया जाए तो उस तो बड़ा पुण्य नहीं, जे किसी की रोटी खो ली जाए उस तो बड़ा पाप नहीं, जे किसी का घर वसाया जाए उस तो बड़ा कोई पुण्य नहीं, जे घर उजाड़िया जाए उस तो बड़ा पाप नहीं। जो मैं देखा उन्होंने घर वसाए भी ते रोटी भी पाए, क्योंकि अंदरों एक बंदे की तमन्ना होती है चंगा काम करने की भी मैं जिन्ना वध तो वध भला कर सका किसी का कराया, उन्होंने किया। सो इसे की बदौलत अज इन्हों का परिवार जो आप देखते हैं पिंड के पूरा सिरकट परिवार बनया, क्योंकि परिवार के सब तो वड्डे सी। उस तो बाद साडे सरकारयोग दलजीत सिंह जी ताया जी, उन्होंने बेटे जो मक्खन सिंह जी पिंड के हर चंगे काम के बढ़ चढ़ के हिस्सा पाते हैं। छोटे चाचा जी हरदेव सिंह जी जो इस टाइम यूएसए के उन्होंने पिंड के पंचायत मैंबर के रह के पंचायत के पिंड की सेवा की। सो उस रीत को अगे चलदे भाई सतवंत सिंह सत्ता जो एक आप देखते हैं भी लत्तां तो आरी होने के नाल भी एक चंगे रेस्पॉन्सिबल मनुख की भी उहदे च हिम्मत है। जे आप देखिए तो उस हिम्मत के नाल पूरे पिंड के हर चंगे काम के हिस्सा लै रहा। एक विरासत तो मिले हुए गुण है, क्योंकि जो साडा परिवार विरसा विरासत जिन्होंने असीं कहते चंगी हो तो साडी पनीरी है जी अगे वो भी एक चंगे पासे नूं जाऊगी। इसलिए अज परिवार है जिहड़ा कहते ताया जी एक बोर्ड सी, बोर्ड रूपी जो दरख्त सीगा, क्योंकि जो दरख्त वड्डा हो जाता वो सिखावां बहुत दूर तक जांदियां। अज उन्हां दीयां सिखावां जिहड़ियां कनेडा अमेरिका अमरीका तक फैलियां होईयां, तो सारिਆਂ ਨੂੰ जिथे जिथे वो ब्रांचां जिथे जिथे वो टाहणियां गईयां परौंपणा गईयां चाहे दोते है चाहे दोतियां, सारिਆਂ ਨੂੰ भी उन्हां दा दुख होया। क्योंकि मनुख जिन्नी मर्जी जिंदगी गुजार ले, जिन्नी मर्जी उम्र हो जाए, पर जो बच्चों माता अपने माता पिता का झोला जिहड़ा हमेशा खांदा रहिंदा, उन्होंने रहिंदा भी हमेशा जिहड़े माँ प्यो साडे साथ रहन साडे नाल रहन। सो गर्मी भी मैनूं लगदा लाइट चली गई है, मैं 1-2 मिनट के विच अपनी गल समाप्त करूँगा, क्योंकि जो इस परिवार
ਤਾਂ ਦੋਨਾਂ, ਕਿਉਂਕਿ ਅੱਜ ਮੈਂ ਤਾਂ ਦੋਨਾਂ ਨੂੰ ਹੀ ਹਮੇਸ਼ਾ ਯਾਦ ਕਰਾਂਗਾ ਮਾਤਾ ਪਿਤਾ ਦੇ ਰੂਪ ਦੇ ਵਿੱਚ, ਮੈਂ ਕਦੇ ਨਹੀਂ ਭੁਲਾ ਸਕਦਾ। ਇਸ ਲਈ ਅੰਤਮ ਅਰਦਾਸ ਦੇ ਵਿੱਚ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਵੀ ਇਸ ਵਿਛੜੀ ਰੂਹ ਨੂੰ, ਤਾਇਆ ਜੀ ਨੂੰ, ਮਲਕੀਤ ਸਿੰਘ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪ੍ਰਵਾਨ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਲੋਕ ਲਾਈਨਾਂ ਕਹਿ ਕੇ ਮੈਂ ਜੋ ਲਿਖੀਆਂ ਸੀ ਮਾਤਾ ਪਿਤਾ ਤੇ ਕਰਦਾ, ਕਹਿੰਦੇ ਕਦੇ ਸੂਰਜ ਵਾਂਗੂ ਤਪ ਕੇ ਵੀ ਉਹ ਠਰ ਜਾਂਦੇ, ਕਦੇ ਸੂਰਜ ਵਾਂਗੂ ਤਪ ਕੇ ਵੀ ਉਹ ਠਰ ਜਾਂਦੇ, ਕਦੇ ਬਣ ਈਦ ਦਾ ਚੰਦ ਵੀ ਉਹ ਚੜ ਜਾਂਦੇ, ਆਪਣੀਆਂ ਖੁਸ਼ੀਆਂ ਵਾਰ ਦਿੰਦੇ, ਸਾਡੇ ਅਰਮਾਨਾਂ ਤੋਂ ਮਾਂ ਪਿਓ ਵਰਗੀ ਚੀਜ਼ ਨਾ ਮਿਲਦੀ ਕਿਤੇ ਦੁਕਾਨਾਂ ਤੋਂ, ਮਾਂ ਪਿਓ ਵਰਗੀ ਚੀਜ਼ ਨਾ ਮਿਲਦੀ ਕਿਤੇ ਦੁਕਾਨਾਂ ਤੋਂ। ਸੋ ਇਹਨਾਂ ਕੁਝ ਕਹਿੰਦਾ ਖਿਮਾ ਦਾ ਜਾਪ ਕਰਾਂ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰੂੰਗਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਬਹੁਤ ਹੀ ਸੂਝਵਾਨ ਲੀਡਰ ਸਰਦਾਰ ਭੁਪਿੰਦਰ ਸਿੰਘ ਜੀ ਸਾਹਿਬ ਕੇ ਉਹ ਵੀ ਆਪਣੇ ਸਮੇਂ ਦੀ ਰਿਆਸਤ ਨੂੰ ਪਛਾਣਦੇ ਹੋਏ ਆਪਣੇ ਵੱਲੋਂ ਤੇ ਪਾਰਟੀ ਵੱਲੋਂ ਸ਼ਰਧਾ ਦੇ ਫੁੱਲ ਬਾਈ ਨੂੰ ਭੇਟ ਕਰਨਗੇ। ਸਰਦਾਰ ਭੁਪਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਜੀ, ਉਹਨਾਂ ਦੀ ਅੰਦਰ ਅਰਦਾਸ ਵਿੱਚ ਗੁਰਮੁਖੀ ਗੁਰੂ ਪਿਆਰੇ ਸਾਧ ਸੰਗਤ ਜੀ, ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਹੈ ਸਰਕਾਰ ਦੀ ਸਭ ਤੋਂ ਇੱਕ ਵਾਰੀ ਹੈ ਤੇ ਮਹਾਵਾਕਮ ਸਾਹਿਬ ਅੱਜ ਆਪਾਂ ਸਾਰੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੁੰਦੇ। ਇਸ ਸੰਸਾਰ ਵਿੱਚ ਜੀਵਨ ਨਾਲ ਰਹਿਣਾ, ਆਪਾਂ ਹੀ ਕਿਸੇ ਇੱਕ ਦਿਨ ਇਸ ਰੰਗਲੀ ਦੁਨੀਆ ਤੋਂ ਚਲੇ ਜਾਣਾ। ਸਮਾਂ ਯਾਦ ਕਰਦਾ ਬਹੁਤ ਕੁਝ ਹੁੰਦਾ ਹੈ। ਸਟੇਜ ਸੈਕਟਰੀ ਸਾਹਿਬ ਨੇ ਬੜੇ ਵਿਸਥਾਰ ਨਾਲ ਦੱਸਿਆ, ਉਹ ਤੋਂ ਬਾਅਦ ਨਰਮਲ ਜੀ ਮਿਲੀ, ਉਹਨਾਂ ਨੇ ਬਹੁਤ ਹੀ ਪਰਿਵਾਰ ਨਾਲ ਦੱਸਿਆ। ਮੈਂ ਉਸ ਪਾਸੇ ਨਹੀਂ ਜਾਣਾ ਕਿਉਂਕਿ ਮੈਂ ਵੀ ਦੇਖ ਰਿਹਾ ਕਿ ਬੈਠਣਾ ਬਹੁਤ ਔਖਾ ਤੇ ਪਰ ਜ਼ਰੂਰੀ ਵੀ ਹੈ, ਕਿਉਂਕਿ ਜਦੋਂ ਇਨਸਾਨ ਦੇ ਅੰਦਰ ਦਾ ਉਹਦੀ ਜਿਹੜੀ ਅੰਤਮ ਅਰਦਾਸ ਹੁੰਦੀ ਹੈ ਉਹਦੇ ਵੀ ਉਹਦਾ ਲੇਖਾ ਜੋਖਾ ਹੁੰਦਾ। ਇਸ ਕਰਕੇ ਪਰਿਵਾਰ ਦੀ ਗੱਲ ਕਰੀਏ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਨੇ ਆਪਣੀ ਬੱਚੀਆਂ ਨੂੰ ਚੰਗੇ ਘਰਾਂ 'ਚ ਤੋਰ ਕੇ ਸਾਡੀਆਂ ਭੈਣਾਂ ਜਿਹੜੀਆਂ ਉਹ ਬਹੁਤ ਹੀ ਖੁਸ਼ੀ ਨਾਲ ਰਹਿ ਰਹੀਆਂ ਆਪਣੇ ਪਰਿਵਾਰ 'ਚ, ਉਹਨਾਂ ਦਾ ਸੁੱਖ ਦੁੱਖ ਦੇ ਨਾਲ ਸਭ ਵਿਚਰ ਰਹੀਆਂ। ਇਸ ਕਰਕੇ ਪਰਿਵਾਰ ਵੱਲੋਂ, ਕਿਉਂਕਿ ਇਹ ਪਿਛਲਾ ਪਿਛੋਕੜ ਹੁੰਦਾ ਕਿ ਜਦੋਂ ਲਗਨ ਮਿਲੀ ਇਹਨੂੰ ਦੱਸਿਆ ਕਿ ਉਹਨਾਂ ਦੀ ਸੋਚ ਕੀ ਸੀ। ਸਰਦਾਰ ਮਲਕੀਤ ਸਿੰਘ ਜੀ ਜਦੋਂ ਚੰਗੀ ਸੋਚ ਹੁੰਦੀ ਹੈ ਤਾਂ ਉਹਦਾ ਜ਼ਿੰਦਗੀ ਕੱਢਣ ਦਾ ਤਰੀਕਾ ਹੀ ਵਧੀਆ ਹੁੰਦਾ। ਪਹਿਲਾਂ ਉੱਥੇ ਬਾਹਰ ਬੈਠੇ ਸੀ, ਗੱਲਾਂ ਕਰ ਰਹੇ ਸੀ ਕਿ ਉਹਨਾਂ ਨੇ ਆਪਣੇ ਸਮਾਂ ਕੱਢਿਆ ਤਾਂ ਬਹੁਤ ਵਧੀਆ ਤਰੀਕੇ ਨਾਲ ਕੱਢਿਆ। ਆਪਦੀ ਜ਼ਿੰਦਗੀ ਜਿਉਂਦੇ, ਜਿਹੜਾ ਇਨਸਾਨ ਆਪਦੀ ਜ਼ਿੰਦਗੀ ਜਿਉਂਦਾ ਬਹੁਤ ਘੱਟ ਬੰਦੇ ਹੁੰਦੇ ਆ। ਇਸ ਕਰਕੇ ਪਰਿਵਾਰ ਦੇ ਨਾਲ ਮੇਰਾ ਬਹੁਤ ਹੀ ਜ਼ਿਆਦਾ ਸਤਵੰਤ ਸਿੰਘ ਸੱਤਾ, ਜਿਹੜਾ ਕਿ ਹਲਕੇ ਦਾ ਇੰਚਾਰਜ ਹੈ IT ਵਿੰਗ, ਜਿਹੜਾ IT ਵਿੰਗ ਦਾ ਪਤਾ ਮੈਨੂੰ ਤਾਂ ਬਹੁਤ ਸੋਸ਼ਲ ਮੀਡੀਆ 'ਤੇ ਚੱਲਦਾ ਹੈ। ਉਹ ਭਾਵੇਂ ਉਹ ਹੈਂਡੀਕੈਪ ਦਾ, ਪਰ ਇੰਨੀ ਮਿਹਨਤੀ ਇਨਸਾਨ ਮੈਂ ਨਹੀਂ ਕਦੇ ਦੇਖਿਆ। ਇਸ ਤਰ੍ਹਾਂ ਦਾ ਬਹੁਤ ਹੀ ਮਿਹਨਤੀ ਪਾਰਟੀ ਨੇ ਬਹੁਤ ਵੱਡਾ ਵਜੂਦ ਬਣਾਇਆ। ਇਸ ਕਰਕੇ ਸਮਾਂ ਯਾਦ ਨਹੀਂ ਹੁੰਦਾ, ਬਹੁਤ ਕੁਛ ਬੋਲਿਆ ਜਾ ਸਕਦਾ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਕਿਉਂਕਿ ਹਲਕੇ ਦਾ ਸੇਵਾਦਾਰ ਹੋਣਾ, ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਪਰਮਾਤਮਾ ਕੇ ਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨ 'ਚ ਨਿਵਾਸ ਦੇਵੇ, ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ। ਇਹਨਾਂ ਕਹਿੰਦਾ ਕਿ ਮੈਂ ਤਾਂ ਅੱਜ ਕਹਿ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਹੁਣ ਪਰਿਵਾਰ ਵੱਲੋਂ ਭਾਈ ਮਲਕੀਤ ਸਿੰਘ ਜੀ ਦੀ ਯਾਦ ਵਿੱਚ ਆਪਣੀਆਂ ਕਿਸ਼ਤ ਕਮਾਈਆਂ ਵਿੱਚੋਂ ਕੁਝ ਸੇਵਾ ਸੰਸਥਾਵਾਂ ਨੂੰ ਭੇਜੀ ਗਈ ਹੈ, ਜਿਸ ਦਾ ਵੇਰਵਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਲਈ, ਗੁਰਦੁਆਰਾ ਸੰਗਤਸਰ ਸਾਹਿਬ ਲਈ, ਡੇਰਾ ਬਾਬਾ ਨਾਰਾਇਣ ਦਾਸ ਜੀ ਲਈ, ਡੇਰਾ ਬਾਬਾ ਮੱਖਣ ਦਾਸ ਜੀ, ਮੰਦਰ ਸ਼ਿਵਦੋਰਾ ਜੀ, ਮੰਦਰ ਮੱਲੇਦਾਰਾ ਵਾਲਾ, ਸਰਕਾਰੀ ਡਿਸਪੈਂਸਰੀ, ਕਿਸਾਨ ਯੂਨੀਅਨ ਏਕਤਾ ਅਗਰਾਹਾਂ, ਸਮਾਜ ਸੇਵਾ ਕਲੱਬ, ਬਾਬਾ ਦੀਪ ਸਿੰਘ ਕਲੱਬ ਅਤੇ ਸ਼ਹੀਦ ਭਗਤ ਸਿੰਘ ਕਲੱਬ, ਇਹਨਾਂ ਸੰਸਥਾਵਾਂ ਦੇ ਸੰਚਾਲਕਾਂ ਨੂੰ ਬੇਨਤੀ ਹੈ ਕਿ ਉਹ ਮਾਇਆ ਆਪਣੀ ਅਵਤਾਰ ਸਿੰਘ ਜੋ ਸਾਡੇ ਪ੍ਰਧਾਨ ਨੇ, ਅਵਤਾਰ ਸਿੰਘ ਤਾਰਾ, ਉਹਨਾਂ ਤੋਂ ਪ੍ਰਾਪਤ ਕਰ ਲੈਣ। ਇੱਕ ਸੇਵਾ ਪਰਿਵਾਰ ਵੱਲੋਂ ਜਿਸ ਸਥਾਨ ਤੇ ਆਪਾਂ ਬੈਠੇ ਹਾਂ, ਗੁਰਦੁਆਰਾ ਟਿੱਬੀ ਸਾਹਿਬ ਲਈ 22
ਮਲਕੀਤ ਸਿੰਘ ਜੀ ਦੀ ਯਾਦ ਵਿੱਚ ਇੱਥੇ ਸੱਚਖੰਡ ਦੀ ਸੇਵਾ ਇੱਕ ਕਮਰੇ ਦੇ ਥੱਲੇ ਕਰਾਈ ਜਾਣੀ ਹੈ। ਉਹਦੇ ਲਈ ਉਹਨਾਂ ਨੇ ਵਿਸ਼ੇਸ਼ ਸੇਵਾ ਦਿੱਤੀ ਹੈ ਕਿ ਜਦੋਂ ਵੀ ਸੇਵਾ ਚੱਲੂਗੀ ਸੱਚਖੰਡ ਦਾ ਕਮਰਾ ਤਿਆਰ ਕਰਨ ਦੀ ਉਹਦੇ 'ਚ ਆਪਣਾ ਉਹ ਵੱਧ ਤੋਂ ਵੱਧ ਯੋਗਦਾਨ ਦੇਣਗੇ ਤਾਂ ਕਿ ਬਾਈ ਜੀ ਦੀ ਯਾਦ ਇਸ ਰਹਿੰਦੀ ਦੁਨੀਆ ਤੱਕ ਬਣੀ ਰਹੇ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਬੱਚਿਆਂ ਦਾ ਪਰਿਵਾਰ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਇੱਕ ਵਾਰ ਅਖੀਰ ਵਿੱਚ ਫੇਰ ਸਾਰੀਆਂ ਸੰਗਤਾਂ ਦਾ, ਰਿਸ਼ਤੇਦਾਰਾਂ ਦਾ, ਆਏ ਹੋਏ ਪਤਵੰਤੇ ਸੱਜਣ, ਨਗਰ ਦੀਆਂ ਪੰਚਾਇਤਾਂ ਦਾ ਪਰਿਵਾਰ ਵੱਲੋਂ ਫੇਰ ਧੰਨਵਾਦ ਕਰਦਾ ਹਾਂ। ਹੁਣ ਗੁਰਦੁਆਰਾ ਸਾਹਿਬ ਦੇ ਗੇਟ ਤੇ ਦੇਗ ਵਰਤੇਗੀ। ਦੇਗ ਲੈਣ ਉਪਰੰਤ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕੇ ਲੰਗਰਾਂ ਵਿੱਚ ਪਰਿਵਾਰ ਵੱਲੋਂ ਜੋ ਵੀ ਰੁੱਖਾ ਪ੍ਰਸਾਦ ਪ੍ਰਸ਼ਾਦਾ ਤਿਆਰ ਕੀਤਾ ਗਿਆ ਉਹ ਸਾਰਿਆਂ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ